ਪੰਜਾਬੀ ਦੀ ਕਲਾਸ ਵਿੱਚ ਮੈਂ ਕਮਲਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਅਸੀਂ ਪੜ੍ਹਾਂਗੇ ਜਮਾਤ 8ਵੀਂ ਦੀ ਪਾਠ ਪੁਸਤਕ ਦਾ ਪਾਠ 12 ਜੋ ਕਿ ਸ਼ਹੀਦ ਰਾਜਗੁਰੂ ਜੀ ਦੀ ਜੀਵਨੀ ਹੈ। ਸ਼ਹੀਦ ਰਾਜਗੁਰੂ। ਸ਼ਹੀਦ ਰਾਜਗੁਰੂ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਸਾਥੀ ਸਨ। ਇਹਨਾਂ ਤਿੰਨਾਂ ਕ੍ਰਾਂਤੀਕਾਰੀਆਂ ਨੇ ਇੱਕੋ ਸਮੇਂ ਇੱਕੋ ਤਖਤੇ 'ਤੇ ਖੜ੍ਹ ਕੇ ਫਾਂਸੀ ਦਾ ਰੱਸਾ ਚੁੰਮਿਆ ਸੀ। ਸ਼ਹੀਦ ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਪਿੰਡ ਖੇੜਾ ਮਹਾਰਾਸ਼ਟਰ ਵਿੱਚ ਹੋਇਆ। ਰਾਜਗੁਰੂ ਦਾ ਪੂਰਾ ਨਾਂ ਸ਼ਿਵ ਰਾਮ ਰਾਜਗੁਰੂ ਸੀ। ਰਾਜਗੁਰੂ ਦੇ ਪਿਤਾ ਹਰੀ ਨਾਰਾਇਣ ਰਾਜਗੁਰੂ ਪੂਨਾ ਦੇ ਨੇੜੇ ਪਿੰਡ ਚਾਕਣ ਦੇ ਵਾਸੀ ਸਨ। ਜੀਵਨ ਨਿਰਬਾਹ ਲਈ ਕੰਮ ਦੀ ਤਲਾਸ਼ ਵਿੱਚ ਉਹ ਪੂਨਾ ਦੇ ਕੋਲ ਹੀ ਇੱਕ ਪਿੰਡ ਖੇੜਾ ਵਿੱਚ ਵਸ ਗਏ। ਰਾਜਗੁਰੂ 6 ਸਾਲ ਦੇ ਸਨ ਜਦੋਂ ਉਹਨਾਂ ਦੇ ਪਿਤਾ ਸੁਰਗਵਾਸ ਹੋ ਗਏ। ਉਹਨਾਂ ਨੂੰ ਵੱਡੇ ਭਰਾ ਦਿਨਕਰ ਹਰੀ ਰਾਜਗੁਰੂ ਨੇ ਪਾਲਿਆ। ਰਾਜਗੁਰੂ ਨੂੰ ਇੱਕ ਮਰਾਠੀ ਸਕੂਲ 'ਚ ਪੜ੍ਹਨ ਪਾਇਆ ਗਿਆ, ਪਰ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਲੱਗਦਾ ਸੀ। ਉਹ ਖੇਡ ਕੇ ਸਮਾਂ ਬਿਤਾਉਂਦੇ ਸਨ। ਵੱਡਾ ਭਰਾ ਦਿਨਕਰ ਨੌਕਰੀ ਕਰਦਾ ਸੀ। ਉਹ ਰਾਜਗੁਰੂ ਨੂੰ ਪੜ੍ਹਨ ਲਈ ਪ੍ਰੇਰਦਾ ਰਹਿੰਦਾ, ਪਰ ਰਾਜਗੁਰੂ ਦੀ ਪੜ੍ਹਾਈ ਵਿੱਚ ਬਿਲਕੁਲ ਰੁਚੀ ਨਹੀਂ ਸੀ। ਇਸ ਕਾਰਨ ਇੱਕ ਦਿਨ ਵੱਡੇ ਭਰਾ ਨੇ ਰਾਜਗੁਰੂ ਨੂੰ ਪੜ੍ਹਾਈ 'ਚ ਮਨ ਲਾਉਣ ਲਈ ਜ਼ੋਰ ਪਾਇਆ। ਰਾਜਗੁਰੂ ਨੂੰ ਖੇਡ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਭਾਉਂਦੀ ਸੀ। ਇਸ ਕਾਰਨ ਉਹ ਵੱਡੇ ਭਰਾ ਨਾਲ ਨਾਰਾਜ਼ ਹੋ ਗਏ। 1924 ਈਸਵੀ ਦੀ ਗੱਲ ਹੈ। ਇੱਕ ਦਿਨ ਰਾਜਗੁਰੂ ਵੱਡੇ ਭਰਾ ਨੂੰ ਦੱਸਣ ਤੋਂ ਬਿਨਾਂ ਹੀ ਘਰ ਤੋਂ ਨਿਕਲ ਤੁਰੇ। ਉਸ ਸਮੇਂ ਉਸ ਕੋਲ ਸਿਰਫ 9 ਪੈਸੇ ਸਨ। ਉਹ ਨਾਸਿਕ ਕਾਨਪੁਰ ਘੁੰਮਦੇ ਘੁੰਮਦੇ ਭੁੱਖੇ ਤੇ ਆਏ 15 ਦਿਨਾਂ ਵਿੱਚ ਕਾਂਸੀ ਪਹੁੰਚ ਗਏ। ਕੁਝ ਦਿਨ ਉਹਨਾਂ ਨੇ ਅਹਿਲਿਆ ਘਾਟ 'ਤੇ ਕੱਟੇ। ਫਿਰ ਇੱਕ ਸੰਸਕ੍ਰਿਤ ਸਕੂਲ ਵਿੱਚ ਦਾਖਲ ਹੋ ਗਏ। ਸਕੂਲ ਵਿੱਚ ਦਾਖਲਾ ਲੈ ਕੇ ਰਾਜਗੁਰੂ ਨੇ ਵੱਡੇ ਭਰਾ ਨੂੰ ਇਸ ਬਾਰੇ ਖੱਤ ਵਿੱਚ ਲਿਖ ਦਿੱਤਾ। ਭਰਾ ਨੇ ਰਾਜਗੁਰੂ ਨੂੰ ਫੀਸ ਲਈ 5 ਰੁਪਏ ਮਹੀਨਾ ਭੇਜਣੇ ਸ਼ੁਰੂ ਕਰ ਦਿੱਤੇ। ਪੜ੍ਹਾਈ ਅਤੇ ਰਿਹਾਇਸ਼ ਦੇ ਖਰਚੇ ਲਈ 5 ਰੁਪਏ ਘੱਟ ਸਨ। ਸੰਸਕ੍ਰਿਤ ਦੇ ਅਧਿਆਪਕ ਨੇ ਰਾਜਗੁਰੂ ਨੂੰ ਆਪਣੇ ਕੋਲ ਰੱਖ ਲਿਆ। ਇਸ ਬਦਲੇ ਰਾਜਗੁਰੂ ਆਪਣੇ ਅਧਿਆਪਕ ਦਾ ਖਾਣਾ ਬਣਾਉਣ ਦੇ ਨਾਲ ਨਾਲ ਕਈ ਹੋਰ ਘਰੇਲੂ ਕੰਮ ਵੀ ਕਰਦੇ ਸਨ। ਸੰਸਕ੍ਰਿਤ ਅਧਿਆਪਕ ਉਸ ਨੂੰ ਪੜ੍ਹਾਉਂਦਾ ਘੱਟ ਅਤੇ ਘਰੇਲੂ ਕੰਮ ਜ਼ਿਆਦਾ ਕਰਵਾਉਂਦਾ ਸੀ। ਹੁਣ ਰਾਜਗੁਰੂ ਨੂੰ ਵਿੱਦਿਆ ਦਾ ਮਹੱਤਵ ਪਤਾ ਲੱਗ ਗਿਆ ਸੀ, ਇਸ ਲਈ ਉਹ ਪੜ੍ਹਨਾ ਚਾਹੁੰਦੇ ਸਨ। ਅਧਿਆਪਕ ਦੇ ਘਰੇਲੂ ਕੰਮਕਾਜ ਕਾਰਨ ਉਹਨਾਂ ਦਾ ਵਿੱਦਿਆ ਪੜ੍ਹਨ ਦਾ ਸੁਪਨਾ ਟੁੱਟਦਾ ਜਾ ਰਿਹਾ ਸੀ। ਆਖਿਰ ਇੱਕ ਦਿਨ ਸੰਸਕ੍ਰਿਤ ਅਧਿਆਪਕ ਤੋਂ ਤੰਗ ਆਏ ਰਾਜਗੁਰੂ ਨੇ ਪੜ੍ਹਾਈ ਛੱਡ ਕੇ ਨਵੇਂ ਜੀਵਨ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਕੁਝ ਦਿਨ ਇੱਧਰ ਉੱਧਰ ਭਟਕਣ ਤੋਂ ਬਾਅਦ ਰਾਜਗੁਰੂ ਨੂੰ ਬਨਾਰਸ ਦੇ ਮਿਊਨਿਸਪਲ ਸਕੂਲ ਵਿੱਚ ਡਰਿਲ ਮਾਸਟਰ ਦੀ ਨੌਕਰੀ ਮਿਲ ਗਈ। ਸਕੂਲ ਵਿੱਚ ਉਹ ਬੱਚਿਆਂ ਨੂੰ ਖੇਡਾਂ ਕਰਵਾਉਂਦੇ। ਆਥਣ ਸਵੇਰ ਉਹ ਘੋਲ ਅਖਾੜੇ ਵਿੱਚ ਜਾਂਦੇ। ਇੱਥੇ ਬੱਚਿਆਂ ਦੀ ਸੰਗਤ ਵਿੱਚ ਉਹ ਚੰਗਾ ਰਚ ਮਿਚ ਗਏ ਸਨ। ਘੋਲ ਅਖਾੜੇ ਵਿੱਚ ਹੀ ਉਹਨਾਂ ਦਾ ਮੇਲ ਮੁਨੀਸ਼ਵਰ ਅਵਸਥੀ ਨਾਲ ਹੋਇਆ। ਅਵਸਥੀ ਨੇ ਹੀ ਰਾਜਗੁਰੂ ਨੂੰ ਕ੍ਰਾਂਤੀਕਾਰੀ ਪਾਰਟੀ ਦਾ ਮੈਂਬਰ ਬਣਾਇਆ। ਹੁਣ ਉਹਨਾਂ ਨੂੰ ਇੱਕ ਰਸਤਾ ਮਿਲ ਗਿਆ। ਖੁਸ਼ੀ ਬੱਚਿਆਂ ਨੂੰ ਨਕਲੀ ਰਫਲਾਂ ਨਾਲ ਨਿਸ਼ਾਨੇ ਲਾਉਣਾ ਸਿਖਾਉਂਦਿਆਂ ਰਾਜਗੁਰੂ ਨੇ ਆਜ਼ਾਦੀ ਦਾ ਸੁਪਨਾ ਦੇਖਿਆ। ਕ੍ਰਾਂਤੀਕਾਰੀ ਸ਼ਿਵ ਵਰਮਾ ਸ਼ਹੀਦਾਂ ਦੇ ਅੰਗ ਸੰਗ ਪੁਸਤਕ ਵਿੱਚ ਲਿਖਦੇ ਹਨ, ਜਦੋਂ ਮੈਂ ਪਹਿਲੀ ਵਾਰ ਰਾਜਗੁਰੂ ਨੂੰ ਮਿਲਣ ਗਿਆ ਮੈਂ ਸੋਚਦਾ ਸਾਂ ਕਿ ਉਹ ਇੱਕ ਲੰਮਾ ਚੌੜਾ ਫੌਜੀ ਜਵਾਨ ਹੋਵੇਗਾ। ਉਸ ਦਿਨ ਮੈਂ ਸਕੂਲ ਦੀ ਇੱਕ ਕੋਠੜੀ ਵਿੱਚ ਨਕਲੀ ਰਫਲਾਂ ਅਤੇ ਲਾਠੀਆਂ ਗਿਣ ਰਹੇ ਇੱਕ ਆਦਮੀ ਨੂੰ ਜਾ ਕੇ ਪੁੱਛਿਆ, ਰਾਜਗੁਰੂ ਨੂੰ ਮਿਲਣਾ ਹੈ। ਮੈਂ ਹੀ ਰਾਜਗੁਰੂ ਹਾਂ, ਬੋਲੋ ਕੀ ਕੰਮ ਹੈ। ਉਸਨੇ ਬੜਾ ਰੁੱਖਾ ਜਵਾਬ ਦਿੱਤਾ। ਮੈਨੂੰ ਉਸਦੇ ਚਿਹਰੇ ਉੱਤੇ ਖੁਸ਼ੀ ਦਾ ਕੋਈ ਚਿੰਨ੍ਹ ਪ੍ਰਗਟ ਹੁੰਦਾ ਨਾ ਦਿਸਿਆ। ਮੈਂ ਦੇਖਿਆ ਉਸ ਦਾ ਕਾਲਾ ਰੰਗ, ਬੇਡੌਲ ਚਿਹਰਾ, ਗੱਲ੍ਹਾਂ ਦੇ ਉੱਪਰਲੀਆਂ ਹੱਡੀਆਂ ਉੱਭਰੀਆਂ ਹੋਈਆਂ ਅਤੇ ਮੂੰਹ ਪਿਚਕਿਆ ਹੋਇਆ ਸੀ। ਉਸ ਨੂੰ ਦੇਖ ਕੇ ਮੈਂ ਝੰਜਲਾ ਗਿਆ ਅਤੇ ਬੋਲਿਆ, ਤੁਹਾਡੇ ਨਾਲ ਖਾਸ ਕੰਮ ਹੈ। ਉਹ ਝਟਪਟ ਕੰਮ ਤੋਂ ਵਿਹਲਾ ਹੋ ਗਿਆ। ਕੋਠੜੀ ਨੂੰ ਜਿੰਦਰਾ ਲਾਇਆ। ਅਸੀਂ ਦੋਵੇਂ ਨਵੇਕਲੀ ਥਾਂ ਇੱਕ ਝੀਲ ਦੇ ਕਿਨਾਰੇ ਜਾ ਬੈਠੇ। ਉਹ ਬਿਲਕੁਲ ਚੁੱਪ ਸੀ। ਇਕਾਂਤ ਵਿੱਚ ਮੈਂ ਬਹੁਤ ਠਰੰਮੇ ਨਾਲ ਉਸ ਨੂੰ ਆਪਣੇ ਆਉਣ ਦਾ ਮੰਤਵ ਦੱਸਿਆ। ਮੇਰੀ ਗੱਲ ਸੁਣ ਕੇ ਉਸ ਦਾ ਚਿਹਰਾ ਭਖਣ ਲੱਗਾ। ਸਹਿਜ ਸੁਭਾਅ ਉਸ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ। ਉਹ ਮੁਸਕਰਾਇਆ ਅਤੇ ਬੋਲਿਆ,
ਪਾਰਟੀ ਨੇ ਮੈਨੂੰ ਕਿਸੇ ਯੋਗ ਤਾਂ ਸਮਝਿਆ। ਰਾਜਗੁਰੂ ਖੁਸ਼ ਸੀ। ਉਹ ਕ੍ਰਾਂਤੀਕਾਰੀਆਂ ਨਾਲ ਕੰਮ ਕਰਨਾ ਚਾਹੁੰਦਾ ਸੀ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ 1 ਹਫ਼ਤੇ ਬਾਅਦ ਹੀ ਉਹ ਸ਼ਿਵ ਵਰਮਾ ਕੋਲ ਕਾਨਪੁਰ ਪਹੁੰਚ ਗਿਆ। ਉੱਥੋਂ ਉਹ ਦੋਵੇਂ ਦਿੱਲੀ ਚਲੇ ਗਏ। ਦਿੱਲੀ ਉਹਨਾਂ ਇੱਕ ਸਰਾਂ 'ਚ ਟਿਕਾਣਾ ਕੀਤਾ। ਉਸ ਬੰਦੇ ਦਾ ਖੁਰਾ ਖੋਜ ਲੱਭ ਲਿਆ ਜਿਸ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ ਸੀ। ਉਹਨਾਂ ਸਥਿਤੀ ਦਾ ਜਾਇਜ਼ਾ ਲਿਆ ਅਤੇ ਫੈਸਲਾ ਹੋਇਆ ਕਿ ਇੱਕ ਹਥਿਆਰ ਨਾਲ ਕੰਮ ਨਹੀਂ ਚੱਲਣਾ। ਰਾਜਗੁਰੂ ਨੂੰ ਦਿੱਲੀ ਛੱਡ ਕੇ ਸ਼ਿਵ ਵਰਮਾ ਹਥਿਆਰ ਲੈਣ ਲਾਹੌਰ ਚਲਾ ਗਿਆ। ਤੀਸਰੇ ਦਿਨ ਸ਼ਿਵ ਵਰਮਾ ਲਾਹੌਰ ਤੋਂ ਦਿੱਲੀ ਵਾਪਸ ਆਇਆ। ਸ਼ਾਮ ਦੇ 7:30 ਵਜੇ ਸਨ। ਇਹ ਸਮਾਂ ਉਹਨਾਂ ਦੇ ਐਕਸ਼ਨ ਦਾ ਸੀ। ਸ਼ਿਵ ਵਰਮਾ ਨੇ ਸੋਚਿਆ ਕਿ ਰਾਜਗੁਰੂ ਮੌਕੇ 'ਤੇ ਪਹੁੰਚ ਗਿਆ ਹੋਵੇਗਾ। ਉਹ ਮਿੱਥੇ ਹੋਏ ਟਿਕਾਣੇ ਵੱਲ ਤੁਰ ਪਿਆ। ਜਦੋਂ ਸ਼ਿਵ ਵਰਮਾ ਟਿਕਾਣੇ ਦੇ ਨੇੜੇ ਪਹੁੰਚਿਆ ਤਾਂ ਉੱਥੇ ਪੁਲਿਸ ਦੇ ਮੋਟਰਸਾਈਕਲ ਅਤੇ ਕਾਰਾਂ ਘੁੰਮ ਰਹੀਆਂ ਸਨ। ਸ਼ਿਵ ਵਰਮਾ ਪੁਲਿਸ ਤੋਂ ਬਚ ਕੇ ਆਪਣੇ ਟਿਕਾਣੇ 'ਤੇ ਦਿੱਲੀ ਵਾਪਸ ਪਰਤ ਆਇਆ। ਉਸ ਰਾਤ ਉਸ ਦਾ ਰਾਜਗੁਰੂ ਨਾਲ ਮੇਲ ਨਾ ਹੋਇਆ। ਦੂਜੇ ਦਿਨ ਸ਼ਿਵ ਵਰਮਾ ਨੇ ਅਖਬਾਰ ਵਿੱਚ ਪੜ੍ਹਿਆ। ਇਸ ਅਖਬਾਰ ਵਿੱਚ ਉਹਨਾਂ ਵੱਲੋਂ ਮਿੱਥੀ ਜਗ੍ਹਾ 'ਤੇ ਕਤਲ ਦੀ ਵਾਰਦਾਤ ਛਪੀ ਹੋਈ ਸੀ। ਮੌਕਾ ਵਾਚ ਕੇ ਸ਼ਿਵ ਵਰਮਾ ਆਗਰਾ ਹੁੰਦਾ ਹੋਇਆ ਕਾਨਪੁਰ ਵਾਪਸ ਪਹੁੰਚ ਗਿਆ। ਦੂਜੇ ਦਿਨ ਸ਼ਾਮ ਨੂੰ ਰਾਜਗੁਰੂ ਵੀ ਕਾਨਪੁਰ ਪਹੁੰਚ ਗਿਆ। ਉਸ ਨੂੰ ਨਹੀਂ ਪਤਾ ਸੀ ਕਿ ਉਹ ਕਾਹਲੀ ਵਿੱਚ ਕਿਸੇ ਹੋਰ ਵਿਅਕਤੀ ਨੂੰ ਹੀ ਮਾਰ ਆਇਆ ਸੀ। ਰਾਜਗੁਰੂ ਵਿੱਚ ਅਥਾਹ ਜਜ਼ਬਾ ਸੀ। ਉਹ ਕ੍ਰਾਂਤੀਕਾਰੀ ਦਲ ਵੱਲੋਂ ਮਿਲੇ ਕੰਮਾਂ ਨੂੰ ਇਕੱਲਾ ਹੀ ਤੋੜ ਚੜਾਉਣਾ ਚਾਹੁੰਦਾ ਸੀ। ਰਾਜਗੁਰੂ ਪੜ੍ਹਿਆ ਨਹੀਂ ਸੀ। ਉਹ ਅਨੇਕਾਂ ਠੋਕਰਾਂ ਖਾ ਕੇ ਸਮਾਜ ਲਈ ਨਵੀਂ ਆਸ਼ਾ ਦਾ ਦੀਪ ਜਗਾਉਣ ਦੇ ਰਾਹ ਤੁਰਿਆ ਸੀ। ਇਸ ਲਈ ਉਹ ਹਰ ਐਕਸ਼ਨ ਇਕੱਲਾ ਹੀ ਕਰਨਾ ਚਾਹੁੰਦਾ ਸੀ। ਦਿੱਲੀ ਵਾਲਾ ਐਕਸ਼ਨ ਕਰਕੇ ਉਹ ਮਥੁਰਾ ਵੱਲ ਨੂੰ ਰੇਲਵੇ ਲਾਈਨ ਪੈ ਗਿਆ ਅਤੇ ਪੁਲਿਸ ਘੇਰੇ ਵਿੱਚ ਆ ਗਿਆ। ਪੁਲਿਸ ਦੀਆਂ ਗੋਲੀਆਂ ਅਤੇ ਸਰਚ ਲਾਈਟਾਂ ਤੋਂ ਬਚਣ ਲਈ ਉਹ ਸਾਰੀ ਰਾਤ ਇੱਕ ਪਾਣੀ ਨਾਲ ਭਰੇ ਖੇਤ ਵਿੱਚ ਪਿਆ ਰਿਹਾ। ਸ਼ਿਵ ਵਰਮਾ ਰਾਜਗੁਰੂ ਦੇ ਅੰਦਰ ਭਰੇ ਪਏ ਮਾਨਵਤਾ ਦੇ ਦਰਦ ਬਾਰੇ ਲਿਖਦੇ ਹਨ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਅਸਲ ਵਿਅਕਤੀ ਦੀ ਥਾਂ ਕੋਈ ਹੋਰ ਵਿਅਕਤੀ ਮਾਰਿਆ ਗਿਆ ਹੈ ਤਾਂ ਉਸ ਨੇ ਕਿਹਾ ਕਿ ਜਲਦਬਾਜ਼ੀ ਕਾਰਨ ਕੀਤੀ ਗਲਤੀ ਲਈ ਉਹ ਪਾਰਟੀ ਦਾ ਅਪਰਾਧੀ ਹੈ। ਉਸ ਰਾਤ ਉਹ ਹੁਬਕੀ ਰੋਂਦਾ ਰਿਹਾ। ਕਿਸੇ ਅਣਭੋਲ ਵਿਅਕਤੀ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਉਹ ਕਈ ਦਿਨ ਉਦਾਸ ਰਿਹਾ। ਭਗਤ ਸਿੰਘ ਵੱਲੋਂ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਗਿਆ। ਰਾਜਗੁਰੂ ਜਿੱਦ ਕਰਨ ਲੱਗਿਆ ਕਿ ਐਕਸ਼ਨ ਲਈ ਭਗਤ ਸਿੰਘ ਦੇ ਨਾਲ ਉਸ ਨੂੰ ਵੀ ਜ਼ਰੂਰ ਭੇਜਿਆ ਜਾਵੇ। ਉਸ ਨੇ ਐਕਸ਼ਨ ਵਿੱਚ ਸ਼ਾਮਿਲ ਹੋਣ ਲਈ ਚੰਦਰ ਸ਼ੇਖਰ ਆਜ਼ਾਦ ਨੂੰ ਝਾਂਸੀ ਜਾ ਕੇ ਬੇਨਤੀ ਕੀਤੀ। ਆਜ਼ਾਦ ਨੇ ਰਾਜਗੁਰੂ ਨੂੰ ਸਮਝਾਇਆ ਕਿ ਭਗਤ ਸਿੰਘ ਤੇ BK ਦੱਤ ਨੇ ਪਾਰਲੀਮੈਂਟ ਹਾਊਸ ਦਿੱਲੀ ਵਿੱਚ ਬੰਬ ਸੁੱਟਣ ਤੋਂ ਬਾਅਦ ਗ੍ਰਿਫਤਾਰ ਹੋ ਕੇ ਅਦਾਲਤ ਨੂੰ ਪਾਰਟੀ ਦੇ ਪ੍ਰਚਾਰ ਲਈ ਮੰਚ ਬਣਾਉਣਾ ਹੈ। ਉਸ ਨੂੰ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਉਹ ਪਾਰਟੀ ਦੇ ਮੰਤਵ ਲੋਕਾਂ ਅੱਗੇ ਨਹੀਂ ਰੱਖ ਸਕੇਗਾ। ਇਸ ਲਈ ਉਸ ਨੂੰ ਇਸ ਐਕਸ਼ਨ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਰਿਹਾ। ਰਾਜਗੁਰੂ ਦੀ ਅਸੈਂਬਲੀ ਬੰਬ ਕਾਂਡ ਵਿੱਚ ਸ਼ਾਮਿਲ ਹੋਣ ਦੀ ਇੱਛਾ ਪੂਰੀ ਨਾ ਹੋਈ। ਉਹ ਪੂਨੇ ਚਲਾ ਗਿਆ। ਪੂਨੇ ਜਾ ਕੇ ਉਹ ਆਪਣੇ ਇੱਕ ਮਿੱਤਰ ਸਾਵੰਗਵਕਰ ਨਾਲ ਰਹਿਣ ਲੱਗ ਪਿਆ। ਉਹ ਸੋਚਦਾ ਸੀ ਕਿ ਪੂਨੇ ਵਿੱਚ ਕ੍ਰਾਂਤੀਕਾਰੀ ਪਾਰਟੀ ਦਾ ਯੂਨਿਟ ਬਣਾਇਆ ਜਾਵੇ। ਇਸ ਕੰਮ ਵਿੱਚ ਕਾਮਯਾਬ ਹੋਣ 'ਤੇ ਕੁਝ ਸਾਥੀਆਂ ਨੂੰ ਵਿਸ਼ਵਾਸ 'ਚ ਲੈਣ ਲਈ ਉਸਨੇ ਕ੍ਰਾਂਤੀਕਾਰੀ ਪਾਰਟੀ ਵੱਲੋਂ ਕੀਤੇ ਐਕਸ਼ਨਾਂ ਵਿੱਚ ਆਪਣੀ ਸ਼ਮੂਲੀਅਤ ਨੂੰ ਖੁੱਲ੍ਹੇਆਮ ਦੱਸਣਾ ਸ਼ੁਰੂ ਕਰ ਦਿੱਤਾ। ਸਾਵੰਕਰ ਦੇ ਨਾਲ ਉਸ ਦਾ ਦੂਜਾ ਸਾਥੀ ਕਰੰਦੀਕਰ ਸੀ। ਇੱਕ ਹੋਰ ਵਿਅਕਤੀ ਸਰਦਕੇਸਕਰ ਸੀ। ਉਸਨੇ ਰਾਜਗੁਰੂ ਨਾਲ ਆਪਣੀ ਜਾਣ ਪਛਾਣ ਬਣਾ ਲਈ। ਸਰਦਕੇਸਕਰ CID ਦਾ ਬੰਦਾ ਸੀ। ਉਹ ਰਾਜਗੁਰੂ ਨਾਲ ਹੋਈ ਗੱਲਬਾਤ ਦੀ ਰਿਪੋਰਟ ਸ਼ਿਮਲਾ ਭੇਜਿਆ ਕਰਦਾ ਸੀ। 27 ਸਤੰਬਰ 1929 ਨੂੰ ਕ੍ਰਾਂਤੀਕਾਰੀਆਂ ਦੇ ਇੱਕ ਹੋਰ ਸਮਰਥਕ ਸੰਪਾਦਕ ਸ਼ਿਵਰਾਮ ਪੰਤ ਪਰਾਂਜਮੇ ਦਾ ਦੇਹਾਂਤ ਹੋ ਗਿਆ। ਰਾਜਗੁਰੂ ਸਾਵੰਕਰ ਨਾਲ ਉਸ ਦੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋਇਆ। ਇੱਥੇ ਉਸਨੇ ਕ੍ਰਾਂਤੀਕਾਰੀਆਂ ਦੇ ਨਾਅਰੇ ਇਨਕਲਾਬ ਜ਼ਿੰਦਾਬਾਦ ਲਾਏ। ਅਰਥੀ ਨਾਲ ਜਾ ਰਹੇ ਲੋਕਾਂ ਨੇ ਇਹ ਨਾਅਰੇ ਸੁਣੇ। ਉਹ ਚੁਕੰਨੇ ਹੋ ਗਏ। ਅਖਬਾਰ ਰਾਹੀਂ ਆਮ ਲੋਕਾਂ ਨੂੰ ਪਤਾ ਸੀ
ਕਿ ਇਹ ਨਾਅਰੇ ਅਸੈਂਬਲੀ ਬੰਬ ਕਾਂਡ ਵੇਲੇ ਕ੍ਰਾਂਤੀਕਾਰੀ ਵੱਲੋਂ ਲਾਏ ਗਏ ਸਨ। ਸਰਦ ਕੇਸਕਰ ਨੇ ਰਾਜਗੁਰੂ ਤੋਂ ਭੇਦ ਲੈਣ ਲਈ ਉਸ ਨਾਲ ਮੇਲਜੋਲ ਹੋਰ ਵਧਾ ਲਿਆ। ਸਰਦ ਕੇਸਕਰ ਰਾਜਗੁਰੂ ਤੇ ਸਾਵੰਕਰ ਨੂੰ ਹਥਿਆਰਾਂ ਸਮੇਤ ਪੁਲਿਸ ਨੂੰ ਫੜਾਉਣਾ ਚਾਹੁੰਦਾ ਸੀ। ਇੱਕ ਦਿਨ ਉਹ ਇੱਕ ਪਿਸਤੌਲ ਲੈ ਕੇ ਉਹਨਾਂ ਦੇ ਕਮਰੇ ਵਿੱਚ ਪਹੁੰਚ ਗਿਆ। ਉਸ ਦੇ ਪਿਸਤੌਲ ਨੂੰ ਦੇਖ ਕੇ ਸਾਵੰਕਰ ਨੇ ਆਪਣਾ ਰਿਵਾਲਵਰ ਦਿਖਾ ਦਿੱਤਾ। ਰਾਜਗੁਰੂ ਵੀ ਪਿੱਛੇ ਨਾ ਰਿਹਾ। ਇਸ ਰਾਤ ਹੀ ਉਹਨਾਂ ਦੇ ਕਮਰੇ 'ਤੇ ਪੁਲਿਸ ਦੀ ਧਾੜ ਪੈ ਗਈ। ਰਾਜਗੁਰੂ ਗ੍ਰਿਫਤਾਰ ਹੋ ਗਿਆ। ਉਸ ਨੇ ਜਜ਼ਬਾਤ ਵਿੱਚ ਵਹਿ ਕੇ ਪਾਰਟੀ ਦੇ ਗੁਪਤ ਨਿਯਮਾਂ ਦੀ ਉਲੰਘਣਾ ਕੀਤੀ ਸੀ। ਉਹ ਪੂਨੇ ਵਿੱਚ ਆਪਣੇ ਅਸਲੀ ਨਾਂ ਰਾਜਗੁਰੂ 'ਤੇ ਹੀ ਵਿਚਰਦਾ ਰਿਹਾ ਸੀ। ਅਜਿਹੇ ਬੜਬੋਲੇਪਣ ਕਾਰਨ ਰਾਜਗੁਰੂ ਆਪਣੇ ਸਾਥੀਆਂ ਕੋਲ ਜੇਲ੍ਹ ਵਿੱਚ ਪਹੁੰਚ ਗਿਆ। ਜੇਲ੍ਹ ਵਿੱਚ ਸਭਨਾਂ ਨੂੰ ਮਿਲ ਕੇ ਉਹ ਬਹੁਤ ਖੁਸ਼ ਹੋਇਆ। ਉਸ ਦੇ ਗੀਤ ਤੇ ਹਾਸੇ ਫੇਰ ਪਰਤ ਆਏ। ਅਸਲ 'ਚ ਜਦੋਂ ਪਾਰਟੀ ਯੂਨਿਟ ਨਾਲੋਂ ਟੁੱਟ ਕੇ ਉਹ ਪੂਨਾ ਰਹਿਣ ਲੱਗਾ ਸੀ ਤਾਂ ਆਪਣੀ ਨਿਰਾਸ਼ਾ ਵਿੱਚੋਂ ਹੀ ਉਹ ਆਪਣੇ ਕਿੱਤੇ ਕੰਮਾਂ ਬਾਰੇ ਮੂੰਹੋਂ ਬੋਲਣ ਲੱਗ ਪਿਆ ਸੀ। ਪਾਰਟੀ ਜ਼ਾਬਤੇ ਦੀ ਉਲੰਘਣਾ ਕਰਨ ਕਾਰਨ ਹੀ ਉਸ ਦੀ ਗ੍ਰਿਫਤਾਰੀ ਹੋਈ ਸੀ। ਅਸਲ 'ਚ ਉਹ ਪਾਰਟੀ ਲਈ ਇਕੱਲਾ ਹੀ ਕੋਈ ਹੋਰ ਵੱਡਾ ਕੰਮ ਕਰਨਾ ਚਾਹੁੰਦਾ ਸੀ। ਜਿਵੇਂ ਇੱਕ ਦਿਨ ਉਸਨੇ ਪੂਰੇ ਇੱਕ ਸਮਾਗਮ ਵਿੱਚ ਗਵਰਨਰ ਨੂੰ ਮਾਰਨ ਦੀ ਤਿਆਰੀ ਕਰ ਲਈ, ਪਰ CID ਦੀਆਂ ਨਜ਼ਰਾਂ ਵਿੱਚ ਪਹਿਲਾਂ ਹੀ ਚੜ੍ਹੇ ਹੋਣ ਕਾਰਨ ਉਹ ਐਕਸ਼ਨ ਨਾ ਕਰ ਸਕਿਆ। ਇੱਕ ਦਿਨ ਜੇਲ੍ਹ ਵਿੱਚ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲੋਂ ਅੱਗੇ ਲੰਘਣ ਦੀ ਹੋੜ ਵਿੱਚ ਉਸਨੇ ਭੁੱਖ ਹੜਤਾਲ ਵੇਲੇ ਦੁੱਧ ਪੀਣ ਸਮੇਂ ਹੁੰਦੀ ਕਸਰਤ ਮੌਕੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਲਿਆ ਸੀ। ਦੁੱਧ ਨਲੀ ਉਸ ਦੇ ਫੇਫੜਿਆਂ ਵਿੱਚ ਪੈ ਗਈ। ਉਸਨੇ ਇੱਕ ਪਰਚੀ 'ਤੇ ਸਾਥੀਆਂ ਨੂੰ ਲਿਖ ਭੇਜਿਆ, ਸਫਲਤਾ। ਪਹਿਲਾਂ ਜਤਿੰਦਰ ਨਾਥ ਦਾਸ ਵੀ ਇਸੇ ਤਰ੍ਹਾਂ ਹੀ ਭੁੱਖ ਹੜਤਾਲ ਵੇਲੇ ਪਾਰਟੀ ਤੋਂ ਵਿਦਾ ਹੋ ਚੁੱਕਿਆ ਸੀ। ਰਾਜਗੁਰੂ ਵੀ ਇਸ ਪਾਸੇ ਕਦਮ ਵਧਾ ਰਿਹਾ ਸੀ। ਕ੍ਰਾਂਤੀਕਾਰੀਆਂ ਨੂੰ ਇਸ ਗੱਲ ਬਾਰੇ ਪਤਾ ਲੱਗਣ ਸਾਰ ਉਹ ਚੁਕੰਨੇ ਹੋ ਗਏ। ਉਸ ਦੇ ਇਲਾਜ ਲਈ ਯਤਨ ਕੀਤਾ ਗਿਆ। ਠੀਕ ਹੋ ਜਾਣ ਉਪਰੰਤ ਭਗਤ ਸਿੰਘ ਤੇ ਸਾਥੀਆਂ ਨੇ ਉਸ ਦੇ ਮੰਜੇ ਦੁਆਲੇ ਖੜ੍ਹ ਕੇ ਭੁੱਖ ਹੜਤਾਲ ਸਮਾਪਤ ਕਰਨ ਲਈ ਰਾਜਗੁਰੂ ਨੂੰ ਦੁੱਧ ਦਾ ਗਿਲਾਸ ਪਿਲਾਇਆ। ਰਾਜਗੁਰੂ ਦਾ ਵਿਚਾਰ ਸੀ ਕਿ ਮੌਤ ਇਨਕਲਾਬੀਆਂ ਲਈ ਵਰਦਾਨ ਹੈ। ਉਹ ਕਿਹਾ ਕਰਦਾ ਸੀ, ਜੇਕਰ ਸਾਡੀ ਕੁਰਬਾਨੀ ਨਾਲ ਕਰੋੜਾਂ ਲੋਕਾਂ ਦਾ ਜੀਵਨ ਸਵਰ ਸਕਦਾ ਹੈ ਤਾਂ ਇਹ ਲਾਹੇਵੰਦ ਸੌਦਾ ਹੈ। ਰਾਜਗੁਰੂ ਨੇ ਗਰੀਬੀ ਦੇਖੀ ਸੀ। ਉਹ ਭੁੱਖ ਨਾਲ ਘੁਲਿਆ ਸੀ। ਕ੍ਰਾਂਤੀਕਾਰੀਆਂ ਵੱਲੋਂ ਜੋ ਨਵੇਂ ਸਮਾਜ ਦੀ ਰੂਪਰੇਖਾ ਉਲੀਕੀ ਗਈ ਸੀ, ਉਹ ਉਸ ਦਾ ਕਾਇਲ ਸੀ। ਇਸ ਲਈ ਉਹ ਇਨਕਲਾਬ ਦੇ ਰਾਹ 'ਤੇ ਦੂਜੇ ਸਾਥੀ ਨਾਲੋਂ ਆਪਣੇ ਆਪ ਨੂੰ ਸਦਾ ਹੀ ਮੂਹਰੀ ਰੱਖਦਾ ਸੀ। ਆਪਣੇ ਸਖਤ ਇਰਾਦੇ ਦਾ ਧਾਰਨੀ ਹੋ ਕੇ ਹੀ ਉਹ ਆਪਣੇ ਪਿਆਰੇ ਸਾਥੀਆਂ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਦੇ ਨਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ 23 ਮਾਰਚ 1931 ਨੂੰ ਕੇਂਦਰੀ ਜੇਲ੍ਹ ਲਾਹੌਰ ਵਿੱਚ ਉਹਨਾਂ ਦੇ ਨਾਲ ਹੀ ਫਾਂਸੀ ਦੇ ਤਖਤੇ 'ਤੇ ਜਾ ਖੜਾ ਸੀ। ਸ਼ਹੀਦ ਰਾਜਗੁਰੂ ਨੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਨਾਲ ਹੀ ਫਾਂਸੀ ਦਾ ਰੱਸਾ ਚੁੰਮ ਕੇ ਗਲ ਵਿੱਚ ਪਾਇਆ ਅਤੇ ਅਮਰ ਪਦਵੀ ਪਾ ਗਿਆ। ਆਓ ਹੁਣ ਅਸੀਂ ਕਰਦੇ ਹਾਂ ਇਸ ਪਾਠ ਦਾ ਅਭਿਆਸ ਕੰਮ। ਪਹਿਲਾਂ ਆਉਂਦੇ ਹਨ ਬਹੁ-ਵਿਕਲਪੀ ਪ੍ਰਸ਼ਨ। ਰਾਜਗੁਰੂ ਦਾ ਜਨਮ ਕਿਹੜੇ ਸੰਨ ਵਿੱਚ ਹੋਇਆ? ਇਸ ਦਾ ਸਹੀ ਉੱਤਰ ਹੈ 24 ਅਗਸਤ 1908 ਨੂੰ। ਰਾਜਗੁਰੂ ਦੇ ਪਿਤਾ ਦਾ ਕੀ ਨਾਂ ਸੀ? ਇਸ ਦਾ ਸਹੀ ਉੱਤਰ ਹੈ ਹਰੀ ਨਾਰਾਇਣ। ਰਾਜਗੁਰੂ ਦਾ ਪਿੰਡ ਕਿਹੜਾ ਸੀ? ਸਹੀ ਉੱਤਰ ਹੈ ਖੇੜਾ। ਰਾਜਗੁਰੂ ਨੂੰ ਭੁੱਖ ਹੜਤਾਲ ਖਤਮ ਕਰਨ ਸਮੇਂ ਕੀ ਪਿਆਇਆ ਗਿਆ? ਸਹੀ ਉੱਤਰ ਦੁੱਧ ਦਾ ਗਿਲਾਸ। ਰਾਜਗੁਰੂ ਦੀ ਮਾਲੀ ਹਾਲਤ ਕਿਹੋ ਜਿਹੀ ਸੀ? ਸਹੀ ਉੱਤਰ ਗਰੀਬ ਸੀ। ਇਸ ਤੋਂ ਬਾਅਦ ਆਉਂਦੇ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਕਿਹੜੇ ਕਿਹੜੇ ਸ਼ਹੀਦਾਂ ਨੇ ਇੱਕੋ ਸਮੇਂ ਫਾਂਸੀ ਦਾ ਰੱਸਾ ਚੁੰਮਿਆ? ਸ਼ਹੀਦ ਰਾਜਗੁਰੂ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਨੇ ਇੱਕੋ ਸਮੇਂ ਫਾਂਸੀ ਦਾ ਰੱਸਾ ਚੁੰਮਿਆ ਸੀ। ਰਾਜਗੁਰੂ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਰਾਜਗੁਰੂ ਦਾ ਜਨਮ 24 ਅਗਸਤ
1908 ਨੂੰ ਪਿੰਡ ਖੇੜਾ ਮਹਾਰਾਸ਼ਟਰ ਵਿੱਚ ਹੋਇਆ। ਰਾਜਗੁਰੂ ਵੱਡੇ ਭਰਾ ਨਾਲ ਨਾਰਾਜ਼ ਕਿਉਂ ਹੋ ਗਏ? ਇਸ ਲਈ ਕਿ ਵੱਡਾ ਭਰਾ ਰਾਜਗੁਰੂ ਨੂੰ ਪੜ੍ਹਨ ਲਈ ਜ਼ੋਰ ਪਾਉਂਦਾ ਸੀ। ਆਪਣੇ ਸੰਸਕ੍ਰਿਤ ਦੇ ਅਧਿਆਪਕ ਕੋਲ ਰਾਜਗੁਰੂ ਨੇ ਕੀ ਕੰਮ ਕੀਤਾ? ਰਾਜਗੁਰੂ ਨੇ ਖਾਣਾ ਬਣਾਉਣ ਦੇ ਨਾਲ ਕਈ ਹੋਰ ਘਰੇਲੂ ਕੰਮ ਵੀ ਕੀਤੇ। ਰਾਜਗੁਰੂ ਨੂੰ ਫਾਂਸੀ ਕਦੋਂ ਦਿੱਤੀ ਗਈ? ਰਾਜਗੁਰੂ ਨੂੰ ਫਾਂਸੀ 23 ਮਾਰਚ 1931 ਨੂੰ ਦਿੱਤੀ ਗਈ। ਇਸ ਤੋਂ ਬਾਅਦ ਪ੍ਰਸ਼ਨ 3 ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਰਾਜਗੁਰੂ ਦਾ ਪੜ੍ਹਾਈ ਵਿੱਚ ਮਨ ਕਿਉਂ ਨਹੀਂ ਸੀ ਲੱਗਦਾ? ਰਾਜਗੁਰੂ ਦੀ ਰੁਚੀ ਖੇਡਣ ਵਿੱਚ ਜ਼ਿਆਦਾ ਹੋਣ ਕਰਕੇ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ। ਰਾਜਗੁਰੂ ਤੇ ਸ਼ਿਵ ਵਰਮਾ ਦੀ ਆਪਸ ਵਿੱਚ ਕੀ ਗੱਲਬਾਤ ਹੋਈ? ਰਾਜਗੁਰੂ ਤੇ ਸ਼ਿਵ ਵਰਮਾ ਦੀ ਗੱਲਬਾਤ ਕ੍ਰਾਂਤੀਕਾਰੀ ਦਲ ਵੱਲੋਂ ਮਿਲੇ ਕੰਮ ਨੂੰ ਕਰਨ ਸੰਬੰਧੀ ਹੋਈ। ਅਖਬਾਰ ਵਿੱਚ ਕੀ ਖਬਰ ਛਪੀ ਹੋਈ ਸੀ? ਅਖਬਾਰ ਵਿੱਚ ਉਹਨਾਂ ਵੱਲੋਂ ਮਿੱਥੀ ਥਾਂ 'ਤੇ ਕਤਲ ਦੀ ਵਾਰਦਾਤ ਦੀ ਖਬਰ ਛਪੀ ਹੋਈ ਸੀ। ਰਾਜਗੁਰੂ ਨੂੰ ਐਕਸ਼ਨ ਕਮੇਟੀ ਵਿੱਚ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ? ਰਾਜਗੁਰੂ ਨੂੰ ਐਕਸ਼ਨ ਕਮੇਟੀ ਵਿੱਚ ਇਸ ਲਈ ਨਹੀਂ ਰੱਖਿਆ ਗਿਆ ਕਿ ਉਸ ਨੂੰ ਅੰਗਰੇਜ਼ੀ ਨਾ ਆਉਂਦੀ ਹੋਣ ਕਾਰਨ ਉਹ ਪਾਰਟੀ ਦੇ ਮੰਤਵ ਲੋਕਾਂ ਅੱਗੇ ਨਹੀਂ ਰੱਖ ਸਕਦਾ ਸੀ। ਰਾਜਗੁਰੂ ਨੇ ਭੁੱਖ ਹੜਤਾਲ ਕਿਉਂ ਕੀਤੀ? ਰਾਜਗੁਰੂ ਦਾ ਵਿਚਾਰ ਸੀ ਕਿ ਮੌਤ ਇਨਕਲਾਬੀਆਂ ਲਈ ਵਰਦਾਨ ਹੈ। ਜੇਕਰ ਇਨਕਲਾਬੀਆਂ ਦੀ ਕੁਰਬਾਨੀ ਨਾਲ ਕਰੋੜਾਂ ਲੋਕਾਂ ਦਾ ਜੀਵਨ ਸਵਰ ਸਕਦਾ ਹੈ ਤਾਂ ਇਹ ਫਾਇਦੇ ਦਾ ਸੌਦਾ ਹੈ। ਇਸ ਤੋਂ ਬਾਅਦ ਹੈ ਖਾਲੀ ਥਾਵਾਂ ਭਰੋ। ਰਾਜਗੁਰੂ ਦਾ ਜਨਮ ਪਿੰਡ ਖੇੜਾ ਮਹਾਰਾਸ਼ਟਰ ਵਿੱਚ ਹੋਇਆ। 6 ਸਾਲ ਦੀ ਉਮਰ ਵਿੱਚ ਆਪ ਦੇ ਪਿਤਾ ਸਵਰਗਵਾਸ ਹੋ ਗਏ। ਰਾਜਗੁਰੂ ਦੀ ਪੜ੍ਹਾਈ ਵਿੱਚ ਬਿਲਕੁਲ ਰੁਚੀ ਨਹੀਂ ਸੀ। ਸੰਸਕ੍ਰਿਤ ਦੇ ਅਧਿਆਪਕ ਨੇ ਰਾਜਗੁਰੂ ਨੂੰ ਆਪਣੇ ਕੋਲ ਰੱਖ ਲਿਆ। ਆਪ ਕ੍ਰਾਂਤੀਕਾਰੀਆਂ ਨਾਲ ਕੰਮ ਕਰਨਾ ਚਾਹੁੰਦੇ ਸਨ। ਭਗਤ ਸਿੰਘ ਵੱਲੋਂ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਤੋਂ ਬਾਅਦ ਆਉਂਦੇ ਹਨ ਵਾਕਾਂ ਵਿੱਚ ਵਰਤੋ। ਪਹਿਲਾ ਸ਼ਬਦ ਹੈ ਤਲਾਸ਼। ਰਾਜਗੁਰੂ ਕੰਮ ਦੀ ਤਲਾਸ਼ ਕਰਦੇ ਰਹੇ। ਆਥਣ ਵੇਲੇ, ਬੱਚੇ ਆਥਣ ਵੇਲੇ ਖੇਡਣ ਜਾਂਦੇ ਹਨ। ਮਨ ਭਾਉਂਦਾ, ਪੰਜਾਬੀ ਮੇਰਾ ਮਨ ਭਾਉਂਦਾ ਵਿਸ਼ਾ ਹੈ। ਸੁਪਨਾ ਟੁੱਟਣਾ, ਮਿਹਨਤੀ ਮਨੁੱਖ ਦਾ ਸੁਪਨਾ ਟੁੱਟਣਾ ਬਹੁਤ ਦੁਖਦਾਈ ਹੁੰਦਾ ਹੈ। ਖੁਸ਼ੀ ਦੀ ਲਹਿਰ ਦੌੜਨਾ, ਚੰਗਾ ਰਿਜ਼ਲਟ ਆਉਣ 'ਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਵਾਰਦਾਤ, ਅਖਬਾਰ ਵਿੱਚ ਕਤਲ ਦੀ ਵਾਰਦਾਤ ਦੀ ਖਬਰ ਛਪੀ। ਇਸ ਤੋਂ ਬਾਅਦ ਆਉਂਦੇ ਹੈ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਜਨਮ, ਜਨਮ ਬਰਥ। ਸਕੂਲ, ਸਕੂਲ, ਸਕੂਲ। ਪਿੰਡ, ਗਾਂव, ਵਿਲੇਜ। ਪੜ੍ਹਾਈ, ਪੜ੍ਹਾਈ, ਸਟੱਡੀ। ਅਖਬਾਰ, ਅਖਬਾਰ, ਨਿਊਜ਼ਪੇਪਰ। ਦੁੱਧ, दूध, ਮਿਲਕ। ਵਿਰੋਧੀ ਸ਼ਬਦ ਆਉਂਦੇ ਹਨ। ਵੱਡਾ, ਵੱਡਾ ਦਾ ਵਿਰੋਧੀ ਸ਼ਬਦ ਹੈ ਛੋਟਾ। ਪੜ੍ਹਿਆ ਲਿਖਿਆ, ਅਨਪੜ੍ਹ। ਘਰੇਲੂ, ਕੰਮਕਾਜੀ। ਨਕਲੀ, ਅਸਲੀ। ਕਾਲਾ, ਗੋਰਾ। ਇਕਾਂਤ, ਭੀੜ। 8ਵਾਂ ਪ੍ਰਸ਼ਨ ਹੈ ਸ਼ੁੱਧ ਕਰਕੇ ਲਿਖੋ। ਸ਼ੁੱਧ ਸ਼ਬਦ ਹਨ ਨਿਰਬਾਹ, ਜੀਵਨ, ਪੜ੍ਹਾਈ, ਅੰਗ ਸੰਗ,
ਲੰਬਾਈ ਚੌੜਾਈ ਲਹਿਰ। ਇਸ ਦੇ ਨਾਲ ਹੀ ਇਸ ਪਾਠ ਦਾ ਅਭਿਆਸ ਕੰਮ ਖਤਮ ਹੁੰਦਾ ਹੈ। ਧੰਨਵਾਦ।